ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਸ਼ੱਕ ਇਹ ਦੋ ਘਟਨਾਵਾਂ ਬੜੀਆਂ ਅਹਿਮ ਵਾਪਰੀਆਂ ਨੇ ਔਰ ਉਹਨਾਂ ਘਟਨਾਵਾਂ ਦੇ ਬਾਰੇ ਤੁਸੀਂ ਜਾਣਦੇ ਵੀ ਹੋ ਕਿ ਕਿਸ ਤਰ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਲਖੀਮਪੁਰ ਦੇ ਵਿੱਚ ਨਿਰਦੋਸ਼ ਕਿਸਾਨਾਂ ਦਾ ਉਹਨਾਂ ਦੇ ਉੱਪਰ ਭਾਜਪਾ ਦੇ ਇੱਕ ਨੇਤਾ ਦੇ ਪੁੱਤਰ ਦੇ ਵੱਲੋਂ ਗੋਲੀਆਂ ਚਲਾ ਕੇ ਔਰ ਉਹਨਾਂ ਦੇ ਉੱਪਰ ਗੱਡੀਆਂ ਚੜ੍ਹਾ ਕੇ ਉਹਨਾਂ ਦੀਆਂ ਜਾਨਾਂ ਲੈ ਲਈਆਂ ਗਈਆਂ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਸਿੱਖ ਅਧਿਆਪਕ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੋ ਬਹੁਤ ਸਾਰੀਆਂ ਐਸੀਆਂ ਖਬਰਾਂ ਮੀਡੀਆ ਦੇ ਵਿੱਚ ਆਈਆਂ ਔਰ ਖਾਸ ਕਰਕੇ ਇੱਕ ਹੋਰ ਅਹਿਮ ਖਬਰ ਜਿਸ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ, ਪਰ ਇਸ ਕਹਿ ਸਕਦੇ ਹਾਂ ਕਿ ਇੱਕ ਸਾਜ਼ਿਸ਼ੀ ਬਿੱਦ ਨੂੰ ਵੀ ਸਮਝਣਾ ਜ਼ਰੂਰੀ ਹੈ ਕਿ ਕਈ ਵਾਰੀ ਜਦੋਂ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡਾ ਮੁੱਦਾ ਚੱਲ ਰਿਹਾ ਹੁੰਦਾ ਤਾਂ ਇਵੇਂ ਦੀਆਂ ਖਬਰਾਂ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ ਜਿਹਦੇ ਵਿੱਚ ਇੰਝ ਲੱਗਦਾ ਹੈ ਕਿ ਇੱਕ ਘੱਟ ਗਿਣਤੀ ਕੌਮੀਅਤ ਨੂੰ ਕਿਸੇ ਨਾ ਕਿਸੇ ਪੱਖ ਤੋਂ ਥੋੜ੍ਹਾ ਜਿਹਾ ਸਕੂਨ ਮਹਿਸੂਸ ਹੋ ਰਿਹਾ ਹੈ ਅਤੇ ਜਿਹੜਾ ਮੁੱਖ ਮੁੱਦਾ ਹੁੰਦਾ ਹੈ ਕਈ ਵਾਰੀ ਉਹਦੇ 'ਤੇ ਸਾਡਾ ਧਿਆਨ ਕੇਂਦਰਿਤ ਨਹੀਂ ਰਹਿ ਜਾਂਦਾ। ਸੋ ਇਹਨਾਂ ਹੀ ਖਬਰਾਂ ਦੇ ਵਿੱਚੋਂ ਇੱਕ ਖਬਰ ਹੈ ਕਿ CBI ਦੀ ਅਦਾਲਤ ਦੇ ਵੱਲੋਂ ਝੂਠਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਦੇ ਉੱਪਰ ਜਿਹੜਾ ਦੋਸ਼ ਸੀ ਉਹ ਆਇਦ ਕਰ ਦਿੱਤਾ ਗਿਆ, ਭਾਵ ਕਿ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਔਰ ਇਹ ਵੀ ਸੂਤਰਾਂ ਦੇ ਮੁਤਾਬਕ ਖਬਰ ਜਿਹੜੀ ਹੈ ਉਹ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਬਹੁਤ ਜਲਦੀ ਸਜ਼ਾ ਦਾ ਐਲਾਨ ਜਿਹੜਾ ਉਹ ਹੋ ਜਾਵੇ। ਇਸ ਨੂੰ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਸਮਝਣ ਦੀ ਲੋੜ ਹੈ ਕਿਉਂਕਿ ਇਹਦੇ ਪਿੱਛੇ ਇੱਕ ਬਹੁਤ ਵੱਡੀ ਘਾਲਣਾ ਜਾਂ ਕਹਿ ਸਕਦੇ ਹੋ ਕਿ ਗੁਰਮੀਤ ਰਾਮ ਰਹੀਮ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਉਣ ਦੇ ਵਿੱਚ ਇੱਕ ਸਾਧਵੀ ਦੀ ਚਿੱਠੀ, ਉਸ ਚਿੱਠੀ ਤੋਂ ਬਾਅਦ ਰਣਜੀਤ ਸਿੰਘ ਹੁਣਾਂ ਦੀ ਭੂਮਿਕਾ ਜਿਨ੍ਹਾਂ ਦੇ ਕਤਲ ਦੇ ਵਿੱਚ ਜਿਹੜੀ ਹੈ ਇਹ ਸੌਦਾ ਸਾਧ ਦੀ CBI ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ, ਜਿਹਦੇ ਵਿੱਚ ਉਹਨਾਂ ਦੇ ਨਾਲ 4 ਦੋਸ਼ੀ ਹੋਰ ਵੀ ਸਨ। ਕ੍ਰਿਸ਼ਨ ਲਾਲ ਦਾ ਨਾਮ ਆਉਂਦਾ ਸੀ, ਜਸਵੀਰ ਦਾ ਨਾਮ ਆਉਂਦਾ ਸੀ, ਸ਼ਬਦਲ ਦਾ ਨਾਮ ਆਉਂਦਾ ਸੀ, ਇੰਦਰ ਸੈਨ ਦਾ ਨਾਮ ਆਉਂਦਾ ਸੀ। ਪਰ ਬੇਸ਼ੱਕ ਜਿਹੜੀਆਂ ਖਬਰਾਂ ਨਸ਼ਰ ਹੋਈਆਂ ਨੇ ਉਹਨਾਂ ਦੇ ਵਿੱਚ ਅਜੇ ਇਹ ਜਿਹੜੇ ਨਾਮ ਨੇ ਉਹਨਾਂ ਦੀ ਸ਼ਮੂਲੀਅਤ ਸਾਨੂੰ ਕਿਤੇ ਨਜ਼ਰ ਨਹੀਂ ਆ ਰਹੀ। ਪਰ ਇਹਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਸੀ ਉਹ ਸਾਚ ਕਹੂੰ ਮੈਗਜ਼ੀਨ ਜਿਹੜਾ ਸੀ ਜਾਂ ਕਹਿ ਸਕਦੇ ਹੋ ਕਿ ਹਫ਼ਤਾਵਾਰੀ ਅਖਬਾਰ ਸੀ, ਉਸ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੀ ਅਹਿਮ ਭੂਮਿਕਾ ਸੀ। ਸੋ ਇਹ ਸਾਰਾ ਵਰਤਾਰਾ ਕੀ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਤੱਕ ਅਸੀਂ ਇਸ ਦੇ ਪਿਛੋਕੜ ਨੂੰ ਨਹੀਂ ਜਾਣਦੇ ਤਾਂ ਵਰਤਮਾਨ ਵਰਤਾਰੇ ਜਿਹੜੇ ਵਾਪਰਨੇ ਰਹੇ ਨੇ ਉਹਨਾਂ ਦੇ ਬਾਰੇ ਅਸੀਂ ਕਹਿ ਸਕਦੇ ਹੋ ਕਿ ਵਧੀਆ ਤਰੀਕੇ ਦੇ ਨਾਲ ਅਧਿਐਨ ਨਹੀਂ ਕਰ ਸਕਦੇ। ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਪਿੰਡ ਹੈ ਕੋਟੜਾ, ਜਿੱਥੋਂ ਦਾ ਇੱਕ ਵਿਅਕਤੀ ਸੀ ਮਸਤਾਨਾ, ਜਿਸ ਨੂੰ ਸ਼ਾਹ ਮਸਤਾਨ ਦੇ ਨਾਮ ਦੇ ਨਾਲ ਹੁਣ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਲਿਖਿਆ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਉਹ ਇਵੇਂ ਦੀ ਰਮਤਾ ਜਿਹੀ ਤਬੀਅਤ ਦਾ ਮਾਲਕ ਸੀ ਕਿ ਉਹ ਬਿਆਸ ਸਾਵਣ ਸਿੰਘ ਦੇ ਡੇਰੇ ਆ ਗਿਆ ਜਿਹੜਾ ਰਾਧਾ ਸਵਾਮੀਆਂ ਦਾ ਡੇਰਾ ਹੈ। ਉਸ ਤੋਂ ਬਾਅਦ ਇਸ ਡੇਰੇ ਦੇ ਵੱਲੋਂ ਜਦੋਂ ਆਪਣੀਆਂ ਸ਼ਾਖਾਵਾਂ ਤਿਆਰ ਕੀਤੀਆਂ ਗਈਆਂ ਤੇ ਉਸ ਨੂੰ ਮਾਲਵੇ ਦੀ ਜਿਹੜੀ ਇੱਕ ਸ਼ਾਖਾ ਸੀ ਉਸ ਦਾ ਪ੍ਰਬੰਧ ਦੇ ਦਿੱਤਾ ਗਿਆ ਔਰ ਉੱਥੇ ਹੀ ਫਿਰ ਹਰਬੰਸ ਸਿੰਘ ਜਿਹੜਾ ਬਾਅਦ ਦੇ ਵਿੱਚ ਸ਼ਾਸਤ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹ ਉਸ ਡੇਰੇ ਦਾ ਮੁਖੀ ਬਣਿਆ ਔਰ ਉਹਦੀ ਵਿਸ਼ੇਸ਼ ਕਿਰਪਾ ਦੇ ਸਦਕਾ ਬਾਬਾ ਰਾਮ ਰਹੀਮ ਦਾ ਜਨਮ ਹੋਇਆ। ਸੋ ਇਹ ਮੈਂ ਥੋੜ੍ਹਾ ਜਿਹਾ ਕਹਿ ਸਕਦੇ ਹੋ ਕਿ ਸੰਖੇਪ ਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ। ਪਰ ਹੁਣ ਅਹਿਮ ਜਿਹੜੀ ਗੱਲ ਹੈ ਕਿ ਇਹਦੇ ਪਿੱਛੇ ਇੱਕ ਰਣਜੀਤ ਸਿੰਘ ਦੀ ਭੂਮਿਕਾ ਕੀ ਸੀ, ਉਸ ਸਾਧਵੀ ਦਾ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖਿਆ ਗਿਆ ਪੱਤਰ ਕੀ ਸੀ, ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਪਹਿਲਾਂ ਉਹ ਪੱਤਰ ਸ਼ਾਇਦ ਹਿੰਦੀ ਦੇ ਵਿੱਚ ਛਪਿਆ ਸੀ ਤੇ ਜਦੋਂ ਸਭ ਤੋਂ ਪਹਿਲਾਂ ਉਸ ਦਾ ਪੰਜਾਬੀ ਅਨੁਵਾਦ ਕਰਕੇ ਮੈਂ ਇੱਕ ਅਖਬਾਰ ਮੈਗਜ਼ੀਨ ਦੇ ਵਿੱਚ ਛਾਪਿਆ ਤਾਂ ਉਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਫੋਨ ਤਾਂ ਨਹੀਂ ਸੀ ਹੁੰਦੇ ਧਮਕੀਆਂ ਦੇਣ ਦੇ ਵਾਸਤੇ, ਪਰ ਇੰਨੀਆਂ ਜ਼ਿਆਦੀਆਂ ਗੰਦੀਆਂ ਤੇ ਅਸ਼ਲੀਲ ਸ਼ਬਦਾਵਲੀ ਭਰੀਆਂ ਚਿੱਠੀਆਂ ਜਿਹੜੀਆਂ ਸੀਗੀਆਂ ਉਹ ਮੇਰੇ ਐਡਰੈਸ ਦੇ ਉੱਪਰ ਆਈਆਂ ਕਿ ਮੈਂ ਅਜੇ ਤੱਕ ਵੀ ਉਹ ਸੰਭਾਲ ਕੇ ਰੱਖੀਆਂ ਹੋਈਆਂ ਨੇ। ਕਿਸੇ ਦੇ ਵਿੱਚ ਗਾਲਾਂ ਸੀ, ਕਿਸੇ ਦੇ ਵਿੱਚ ਧਮਕੀਆਂ ਸੀ, ਕਿਸੇ ਦੇ ਵਿੱਚ ਕੁਛ ਤੇ ਕਿਸੇ ਦੇ ਵਿੱਚ ਕੁਛ। ਖੈਰ ਵਿਸਥਾਰ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਰਾਮਚੰਦਰ ਛਤਰਪਤੀ ਜਿਹੜਾ ਉਹ ਇੱਕ ਨਾਮੀ ਅਖਬਾਰਾਂ ਦੇ ਨਾਲ ਜੁੜੇ ਹੋਏ ਪਹਿਲਾ ਪੱਤਰਕਾਰ ਸੀ, ਜਦੋਂ ਕਿ ਉਹਨਾਂ ਦੇ ਜਿਹੜੇ ਕਾਲਮ ਨੇ ਚੰਗੀਆਂ ਅਖਬਾਰਾਂ ਦੇ ਵਿੱਚ ਛਪਿਆ ਕਰਦੇ ਸੀ। ਸਨ 2000 ਦੇ ਵਿੱਚ ਉਹਨਾਂ ਨੇ ਆਪਣਾ ਖੁਦ ਦਾ ਅਖਬਾਰ ਸਾਚ ਕਹੂੰ
ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਇੱਕ ਨਾਮੀ ਪੱਤਰਕਾਰ ਦੇ ਵੱਲੋਂ ਤਾਂ ਪਹਿਲਾਂ ਹੀ ਉਹਨਾਂ ਦੀ ਸਥਾਪਤੀ ਸੀ, ਐਸਟੈਬਲਿਸ਼ਮੈਂਟ ਹੈਗੀ ਸੀ, ਲੋਕਾਂ ਦੇ ਮਨਾਂ ਵਿੱਚ ਸੀਗਾ ਕਿ ਰਾਮਚੰਦਰ ਛਤਰਪਤੀ ਜੋ ਲਿਖਦਾ ਹੈ ਉਹਦੇ ਵਿੱਚ ਅਥੈਂਟਿਸਿਟੀ ਹੁੰਦੀ ਹੈ, ਪ੍ਰਮਾਣਿਕਤਾ ਹੁੰਦੀ ਹੈ। ਤੇ ਜਦੋਂ ਉਹਨਾਂ ਵੱਲੋਂ ਆਪਣੇ ਉਸ ਸਮਾਚਾਰ ਪੱਤਰ ਜਾਂ ਅਖਬਾਰ ਦੇ ਵਿੱਚ ਡੇਰੇ ਦੇ ਵਿੱਚ ਰਹਿਣ ਵਾਲੀ ਇੱਕ ਸਾਧਵੀ ਦੀ ਚਿੱਠੀ ਜਿਹੜੀ ਸੀ ਉਹ ਪ੍ਰਕਾਸ਼ਿਤ ਹੋਈ, ਤਾਂ ਰਾਤੋਂ ਰਾਤ ਇਸ ਅਖਬਾਰ ਨੇ ਕਹਿ ਸਕਦੇ ਹੋ ਕਿ ਪੂਰੇ ਇਲਾਕੇ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤਹਿਲਕਾ ਮਚਾ ਦਿੱਤਾ, ਕਿਉਂਕਿ ਡੇਰੇ ਦੇ ਸਬੰਧਾਂ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਪਹਿਲਾਂ ਹੀ ਥੋੜੇ ਸ਼ੰਕੇ ਤੇ ਭਰਮ ਸੀ। ਪਰ ਜਦੋਂ ਸਾਧਵੀ ਦੀ ਚਿੱਠੀ ਆਈ ਔਰ ਚਿੱਠੀ ਵੀ ਉਸ ਅਖਬਾਰ ਦੇ ਵਿੱਚ ਛਪੀ, ਉਸ ਅਖਬਾਰ ਦੀ ਸੁਰਖੀ ਬਣੀ ਕਿ ਉਸ ਨੇ ਉਸ ਸਮੇਂ ਕਹਿ ਸਕਦੇ ਹੋ ਕਿ ਸਾਰੀ ਸੱਤਾ ਨੂੰ ਹਿਲਾ ਕੇ ਰੱਖ ਦਿੱਤਾ, ਤੇ ਕੇਂਦਰ ਸਰਕਾਰ ਨੇ ਹਰਿਆਣਾ ਦੇ ਹਾਈ ਕੋਰਟ ਦੇ ਜੱਜ ਨੂੰ ਇਸ ਦੀ ਅਸਲੀਅਤ ਜਾਣਨ ਦੇ ਹੁਕਮ ਦੇ ਦਿੱਤੇ। ਜੱਜ ਨੇ ਆਪਣੀ ਜਾਂਚ ਰਿਪੋਰਟ ਦੇ ਵਿੱਚ ਚਿੱਠੀ ਦੀ ਪ੍ਰਮਾਣਿਕਤਾ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਸਪਸ਼ਟਤਾ ਨਾ ਕੀਤਾ, ਪਰ ਥੋੜਾ ਜਿਹਾ ਇੱਕ ਦਰਵਾਜ਼ਾ ਖੁੱਲਾ ਰੱਖ ਦਿੱਤਾ ਕਿ ਡੇਰੇ ਦੇ ਵਿੱਚ ਕੁਝ ਸਰਗਰਮੀਆਂ ਐਸੀਆਂ ਨੇ ਜਿਹੜੀਆਂ ਇਸ ਚਿੱਠੀ ਦੇ ਅਨੁਸਾਰ ਸ਼ੱਕੀ ਲੱਗਦੀਆਂ ਨੇ ਤੇ ਹੋਰ ਜਾਂਚ ਦੀ ਗੁੰਜਾਇਸ਼ ਹੈ। ਸੋ ਹਾਈ ਕੋਰਟ ਨੇ ਜੱਜ ਦੀ ਰਿਪੋਰਟ ਦੇ ਆਧਾਰ ਉੱਪਰ ਹੀ ਸੀਬੀਆਈ ਨੂੰ ਜਾਂਚ ਜਿਹੜੀ ਸੀ ਉਹ ਮਾਰਕ ਕਰ ਦਿੱਤੀ, ਜਾਂ ਜਾਂਚ ਵਾਸਤੇ ਸੀਬੀਆਈ ਦੇ ਅਧਿਕਾਰੀ ਜਿਹੜੇ ਸੀ ਉਹ ਨਿਯੁਕਤ ਕਰ ਦਿੱਤੇ। 24 ਸਤੰਬਰ 2002 ਨੂੰ ਜਿਉਂ ਹੀ ਹਾਈ ਕੋਰਟ ਦੇ ਜੱਜ ਦੇ ਵੱਲੋਂ ਸੀਬੀਆਈ ਦੀ ਜਾਂਚ ਦੀ ਸਿਫਾਰਿਸ਼ ਕੀਤੀ ਗਈ, ਉਸੇ ਵੇਲੇ ਹੀ ਡੇਰੇ ਵੱਲੋਂ ਜਿਹੜੇ ਰਾਮਚੰਦਰ ਛਤਰਪਤੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਚਿੱਠੀ ਨੂੰ ਪ੍ਰਕਾਸ਼ਿਤ ਕੀਤਾ ਸੀ, ਜਿਸ ਚਿੱਠੀ ਦੀ ਸ਼ਬਦਾਵਲੀ ਅਸੀਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਸ ਤੋਂ ਬਾਅਦ ਡੇਰੇ ਦੇ ਅੰਦਰੋਂ ਉਸ ਦੇ ਉੱਪਰ ਦਬਾਅ ਪਾਉਣਾ ਸ਼ੁਰੂ ਹੋ ਗਿਆ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਅਹਿਮ ਸੀ, ਇੱਕ ਕੜੀ ਸੀ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਾਧਵੀ ਨੇ ਚਿੱਠੀ ਲਿਖੀ, ਪਰ ਉਹ ਚਿੱਠੀ ਜਿਹੜੀ ਸੀ ਉਹ ਰਾਮਚੰਦਰ ਛਤਰਪਤੀ ਦੀ ਅਖਬਾਰ ਤੱਕ ਕਿਵੇਂ ਪਹੁੰਚੀ, ਉਸ ਸੂਤਰ ਨੂੰ ਲੱਭਣਾ ਬਹੁਤ ਜ਼ਰੂਰੀ ਸੀ। ਸੋ ਬੜੀ ਘੋਖ ਕੀਤੀ ਗਈ। ਡੇਰੇ ਦਾ ਵੀ ਇੱਕ ਆਪਣਾ ਤੰਤਰ ਹੈ, ਕਹਿ ਸਕਦੇ ਹੋ ਕਿ ਰਾਜਨੀਤਿਕਾਂ ਦੇ ਨਾਲ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਡੇਰੇ ਦੇ ਮੁਖੀ ਦੇ ਵੱਡੇ ਸੰਬੰਧ ਸਨ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ੱਕ ਦੀ ਸੂਈ ਜਿਹੜੀ ਸੀ ਉਹ ਰਣਜੀਤ ਸਿੰਘ ਦੇ ਉੱਪਰ ਚਲੀ ਗਈ, ਜੋ ਬਹੁਤ ਲੰਬਾ ਸਮਾਂ ਡੇਰੇ ਦੀ ਜਿਹੜੀ ਮੁੱਖ ਕਮੇਟੀ ਹੈ ਉਸ ਦਾ ਮੈਂਬਰ ਸੀ, ਪਰ ਕਿਸੇ ਗੱਲੋਂ ਆਪਣੇ ਪਰਿਵਾਰ ਸਮੇਤ ਡੇਰਾ ਛੱਡ ਕੇ ਪਿੰਡ ਜਾ ਚੁੱਕਾ ਸੀ। ਸੋ ਸਭ ਤੋਂ ਪਹਿਲਾਂ ਤਾਂ ਉਹਦੇ ਉੱਪਰ ਦਬਾਅ ਬਣਾਇਆ ਗਿਆ ਕਿ ਉਹ ਡੇਰੇ ਦੇ ਵਿੱਚ ਵਾਪਸ ਆ ਜਾਵੇ। ਮੇਰੇ ਖਿਆਲ ਦੇ ਨਾਲ ਸਪਸ਼ਟ ਤੇ ਨਹੀਂ ਹੈ ਦਬਾਅ ਦਾ ਕਾਰਨ ਕੀ ਹੋਵੇਗਾ, ਪਰ ਲੱਗਦਾ ਹੈ ਕਿ ਦਬਾਅ ਦਾ ਕਾਰਨ ਇਹ ਹੋ ਜਾਵੇਗਾ ਕਿ ਜੇਕਰ ਉਹ ਡੇਰੇ ਦੇ ਵਿੱਚ ਆ ਜਾਵੇ ਤਾਂ ਇਸ ਗੱਲ ਤੱਕ ਪਹੁੰਚਿਆ ਜਾਵੇ ਕਿ ਉਹ ਖੱਤ ਲਿਖਣ ਵਾਲੀ ਸਾਧਵੀ ਕੌਣ ਹੈ, ਕਿਉਂਕਿ ਉਸ ਖੱਤ ਦੇ ਥੱਲੇ ਉਸ ਨੇ ਆਪਣਾ ਕੋਈ ਨਾਮ ਨਹੀਂ ਸੀ ਲਿਖਿਆ। ਆਪਣੀ ਜਾਨ ਨੂੰ ਬਚਾਉਣ ਦੇ ਵਾਸਤੇ ਕੇਵਲ ਇੱਕ ਸ਼ਬਦ ਲਿਖਿਆ ਸੀ, ਇੱਕ ਅਬਲਾ ਨਾਰੀ, ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਉਹ ਖੱਤ ਸੀ। ਰਣਜੀਤ ਸਿੰਘ ਨੇ ਡੇਰੇ ਦੇ ਵਿੱਚ ਵਾਪਸ ਆਉਣ ਤੋਂ ਸ਼ਾਇਦ ਇਨਕਾਰ ਕਰ ਦਿੱਤਾ ਔਰ ਉਹੀ ਉਸ ਦੇ ਕਤਲ ਦਾ ਕਾਰਨ ਬਣਿਆ। ਪਰਿਵਾਰ ਦੇ ਵੱਲੋਂ FIR ਕਰਵਾ ਦਿੱਤੀ ਗਈ ਔਰ FIR ਦੇ ਵਿੱਚ ਜਿਨ੍ਹਾਂ ਲੋਕਾਂ ਨੇ ਗੋਲੀ ਮਾਰੀ, ਅਣਪਛਾਤੇ ਵਿਅਕਤੀ ਜਿਹੜੇ ਸੀ, ਉਹਨਾਂ ਦੇ ਉੱਪਰ ਕੇਸ ਦਰਜ ਹੋ ਗਿਆ ਔਰ ਉਸ ਪਹਿਲੀ FIR ਦੇ ਵਿੱਚ ਇਸ ਕਤਲ ਦੇ ਨਾਲ ਡੇਰੇ ਜਾਂ ਉਸ ਦੇ ਕਿਸੇ ਹਮਾਇਤੀ ਦਾ ਕੋਈ ਸਬੰਧ ਹੈ ਉਸ ਦਾ ਕੋਈ ਜ਼ਿਕਰ ਨਾ ਆਇਆ, ਭਾਵ ਕਿ ਕਿਸੇ ਵੀ ਹਮਾਇਤੀ ਨੂੰ ਪਹਿਲੀ ਜਿਹੜੀ FIR ਹੈ ਕੀਤੀ ਗਈ ਰਣਜੀਤ ਸਿੰਘ ਦੇ ਕਤਲ ਦੀ, ਉਹਦੇ ਵਿੱਚ ਡੇਰੇ ਦੇ ਕਿਸੇ ਹਮਾਇਤੀ ਨੂੰ ਨਾਮਜ਼ਦ ਨਾ ਕੀਤਾ ਗਿਆ। ਪਰੰਤੂ ਜਦੋਂ ਬਾਅਦ ਦੇ ਵਿੱਚ ਡੇਰੇ ਨਾਲ ਸੰਬੰਧਿਤ ਕਤਲਾਂ ਦੇ, ਬਲਾਤਕਾਰਾਂ ਦੇ ਔਰ ਅਨੈਤਿਕ ਕਰਮਾਂ ਦੇ ਕਈ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਤੇ CBI ਨੇ ਜਾਂਚ ਸ਼ੁਰੂ ਕਰ ਦਿੱਤੀ, ਤਾਂ ਉਹਨਾਂ ਨੇ ਇਸ ਕਤਲ ਨੂੰ ਵੀ CBI ਨੇ ਆਪਣੇ ਜਾਂਚ ਦੇ ਦਾਇਰੇ ਦੇ ਵਿੱਚ ਡੇਰੇ ਦੇ ਉੱਪਰ ਸ਼ੱਕ ਜ਼ਾਹਿਰ ਕਰਦਿਆਂ ਲੈ ਲਿਆ। ਸੋ ਰਣਜੀਤ ਸਿੰਘ ਦੇ ਕਤਲ ਨੂੰ ਲੈ ਕੇ ਮੁੱਖ ਚਰਚਾ ਦੇ ਵਿੱਚ ਫਿਰ ਆ ਗਿਆ ਰਾਮਚੰਦਰ ਛਤਰਪਤੀ ਦਾ ਅਖਬਾਰ। ਉਸ ਸਾਚ ਕਹੂੰ ਅਖਬਾਰ ਦੇ ਵਿੱਚ ਵੀ ਜਿਹੜੀਆਂ ਇਸ ਕੇਸ ਦੀਆਂ CBI ਨੂੰ ਗਿਆ, ਇਹਦੀਆਂ ਡਿਟੇਲਸ ਤੇ ਡੇਰੇ ਅੰਦਰ ਜਿਹੜੇ ਵਾਪਰਦੇ ਜਿਹੜੇ ਵਰਤਾਰੇ ਸੀਗੇ ਉਹ ਸਾਰੇ ਛਪਦੇ ਰਹੇ। ਔਰ ਉਸ ਸਾਧਵੀ ਦੀ ਗੁਮਨਾਮ ਚਿੱਠੀ ਤੋਂ ਬਾਅਦ, ਫਿਰ ਰਣਜੀਤ ਸਿੰਘ ਦੇ ਕਤਲ ਤੋਂ ਬਾਅਦ ਜਿੰਨੀਆਂ ਵੀ ਡੇਰੇ ਨਾਲ ਜੁੜੀਆਂ ਹੋਈਆਂ ਪੁਰਾਣੀਆਂ ਘਟਨਾਵਾਂ ਸੀ ਉਹ ਲਗਾਤਾਰ ਅਖਬਾਰ ਦੀਆਂ ਸੁਰਖੀਆਂ ਬਣਨੀਆਂ ਸ਼ੁਰੂ ਹੋ ਗਈਆਂ। ਔਰ ਇੱਥੋਂ ਤੱਕ ਕਿ ਹੌਲੀ-ਹੌਲੀ ਜਿਹੜੇ ਪੁਰਾਣੇ ਦੱਬੇ ਹੋਏ ਕੇਸ ਸੀ ਉਹ ਵੀ ਨਿਕਲਣੇ ਸ਼ੁਰੂ ਹੋ ਗਏ, ਜਿਨ੍ਹਾਂ ਦੇ ਵਿੱਚ ਡੇਰੇ ਦੇ ਸਭ ਤੋਂ ਪੁਰਾਣੇ ਵਫਾਦਾਰ ਸਾਧੂ ਫਕੀਰ ਚੰਦ ਦੀ ਗੁੰਮਸ਼ੁਦਗੀ, ਲਾਸ਼ ਵੀ ਬਰਾਮਦ ਨਾ ਹੋਈ। ਉਸ ਤੋਂ ਬਾਅਦ ਇੱਕ ਚੌਕੀਦਾਰ ਹੁੰਦਾ ਸੀ UP ਦਾ ਕਾਲੂ ਰਾਮ, ਜਿਸ ਨੇ ਸ਼ਾਇਦ
ਡੇਰੇ ਦੇ ਅੰਦਰ ਹੁੰਦਾ ਕੋਈ ਪਵਿੱਤਰ ਕਰਮ ਵੇਖ ਲਿਆ ਹੋਵੇਗਾ। ਉਹਦੇ ਕਤਲ ਦੇ ਸ਼ੱਕ ਦੀ ਜਿਹੜੀ ਉਂਗਲੀ ਸੀ ਉਹ ਵੀ ਡੇਰੇ ਦੇ ਅਧਿਕਾਰੀਆਂ ਵੱਲ, ਭਾਵ ਕਿ ਡੇਰੇ ਦੇ ਨਾਲ ਸੰਬੰਧਿਤ ਜਿਹੜੇ ਵਿਅਕਤੀ ਸੀ ਉਹਨਾਂ ਵੱਲ ਚਲੀ ਗਈ। ਰਾਮਚੰਦਰ ਛਤਰਪਤੀ ਦੇ ਉੱਪਰ ਅਖਬਾਰ ਦੇ ਵਿੱਚ ਲਗਾਤਾਰ ਇਸ ਚਰਚਾ ਨੂੰ ਛੇੜਨ ਦੇ ਵਾਸਤੇ ਡੇਰੇ ਦੇ ਵੱਲੋਂ ਤੇ ਡੇਰੇ ਦੇ ਨੁਮਾਇੰਦਿਆਂ ਦੇ ਵੱਲੋਂ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਸੀ। ਰਾਮਚੰਦਰ ਛਤਰਪਤੀ ਦੇ ਪਰਿਵਾਰ ਦੀਆਂ ਵੀ ਬਹੁਤ ਸਾਰੀਆਂ ਸਟੇਟਮੈਂਟਸ, ਉਹਨਾਂ ਦੇ ਬੇਟੇ ਦੀਆਂ ਵੀ ਆਈਆਂ ਕਿ ਜਿਹੜਾ ਡੇਰਾ ਮੁਖੀ ਹੈ ਲਗਾਤਾਰ ਉਸ ਅਖਬਾਰ ਦੇ ਵਿੱਚ ਚੱਲ ਰਹੀ ਚਰਚਾ ਨੂੰ ਬੰਦ ਕਰਾਉਣ ਦੇ ਵਾਸਤੇ ਦਬਾਅ ਪਾ ਰਿਹਾ ਸੀ, ਪਰ ਰਾਮਚੰਦਰ ਨੇ ਉਸ ਦੀ ਇਸ ਗੱਲ ਨੂੰ ਮੁੱਢ ਤੋਂ ਹੀ ਖਾਰਜ ਕਰ ਦਿੱਤਾ। ਜਾਂ ਕਹਿ ਸਕਦੇ ਹਾਂ ਕਿ ਉਸ ਨੇ ਆਪਣੀ ਕਲਮ ਨੂੰ ਉਸ ਡੇਰੇਦਾਰ ਦੀ ਵੇਸਵਾ ਨਾ ਬਣ ਦਿੱਤਾ, ਜਿਸ ਤਰ੍ਹਾਂ ਕਿ ਅੱਜ ਸਾਡਾ ਸਾਰਾ ਮੇਨ ਸਟ੍ਰੀਮ ਮੀਡੀਆ ਗੋਦੀ ਮੀਡੀਆ ਬਣ ਕੇ ਇੱਕ ਤਰ੍ਹਾਂ ਦੇ ਨਾਲ ਨਾਜ਼ੀਵਾਦੀ ਹਕੂਮਤ ਦੀ ਵੇਸਵਾ ਬਣ ਚੁੱਕਾ ਹੈ। 24 ਅਕਤੂਬਰ 2002 ਨੂੰ ਅਣਪਛਾਤੇ ਵਿਅਕਤੀਆਂ ਨੇ ਰਾਮਚੰਦਰ ਛਤਰਪਤੀ ਦੇ ਉੱਪਰ ਹਮਲਾ ਕਰ ਦਿੱਤਾ। ਪਹਿਲਾਂ ਉਹਨਾਂ ਨੂੰ ਜ਼ਖਮੀ ਹੋਣ ਤੋਂ ਬਾਅਦ ਸਿਰਸਾ ਦੇ ਵਿੱਚ, ਰੋਹਤਕ PGI ਤੇ ਬਾਅਦ ਦੇ ਵਿੱਚ ਉਹਨਾਂ ਨੂੰ ਅਪੋਲੋ ਹਸਪੀਟਲ ਭੇਜ ਦਿੱਤਾ ਗਿਆ, ਜਿੱਥੇ 21 ਨਵੰਬਰ 2002 ਨੂੰ ਉਹਨਾਂ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਉਹਨਾਂ ਦੇ ਕਤਲ ਲਈ ਕੀਤੇ ਗਏ ਜਾਨਲੇਵੇ ਹਮਲੇ ਦਾ ਸ਼ੱਕ ਜਿਹੜਾ ਸੀ ਉਹ ਡੇਰਾ ਮੁਖੀ ਦੇ ਹਮਾਇਤੀਆਂ ਦੇ ਉੱਪਰ ਜ਼ਾਹਿਰ ਕੀਤਾ ਗਿਆ, ਪਰ ਇਹਦੇ ਨਾਲ ਬੇਸ਼ੱਕ ਉਦੋਂ ਡੇਰਾ ਮੁਖੀ ਦੇ ਉੱਪਰ ਕੋਈ ਖਾਸ ਪ੍ਰਭਾਵ ਨਹੀਂ ਪਿਆ, ਕਿਉਂਕਿ ਰਾਜਨੀਤਿਕ ਤੇ ਪ੍ਰਸ਼ਾਸਨਿਕ ਸੰਬੰਧ ਜਿਹੜੇ ਸੀਗੇ ਉਹ ਬਹੁਤ ਵੱਡੇ ਸੀ। ਖਾਸ ਕਰਕੇ ਇੱਕ ਖਾਸ ਕਾਂਗਰਸੀ ਲੀਡਰ ਤਾਂ ਬਾਬੇ ਦਾ ਕੁੜਮ ਸੀ। ਪਰ ਇਹਦੇ ਨਾਲ ਇਹ ਹੋ ਗਿਆ ਕਿ ਜਦੋਂ ਇੱਕ ਚੰਗੇ, ਇਮਾਨਦਾਰ, ਸੱਚ ਲਿਖਣ ਵਾਲੇ, ਦ੍ਰਿੜਤਾ ਦੇ ਨਾਲ ਸੱਚ ਬੋਲਣ ਵਾਲੇ ਪੱਤਰਕਾਰ ਦੀ ਇਸ ਤਰ੍ਹਾਂ ਦੇ ਨਾਲ ਹੱਤਿਆ ਹੋ ਗਈ, ਤਾਂ ਪੂਰੇ ਦੇਸ਼ ਦੀਆਂ ਅਖਬਾਰਾਂ ਨੇ ਇਸ ਦੀ ਨਿੰਦਿਆ ਕੀਤੀ ਤੇ ਸੁਹਿਰਦ ਪੱਤਰਕਾਰ ਭਾਈਚਾਰਾ, ਇੱਥੇ ਫਿਰ ਦੱਸਣ ਦੀ ਲੋੜ ਹੈ, ਸੁਹਿਰਦ ਪੱਤਰਕਾਰ ਭਾਈਚਾਰਾ, ਪੀਲੀ ਪੱਤਰਕਾਰੀ ਕਰਨ ਵਾਲਾ ਭਾਈਚਾਰਾ ਨਹੀਂ ਜਿਹੜੇ ਪੈਸੇ ਲੈ ਕੇ ਖਬਰਾਂ ਲਾਉਂਦੇ ਨੇ, ਜਿਹੜੇ ਇੱਕ ਖਾਸ ਕਹਿ ਸਕਦੇ ਹੋ ਕਿ ਧਿਰ ਦੀ ਧਿਰ ਬਣ ਕੇ ਖੜੇ ਹੋਏ ਨੇ। ਇਹ ਉਹਨਾਂ ਪੱਤਰਕਾਰਾਂ ਦੀ ਗੱਲ ਨਹੀਂ, ਮੈਂ ਸੁਹਿਰਦ ਪੱਤਰਕਾਰਾਂ ਦੀ ਗੱਲ ਕਰ ਰਿਹਾ ਕਿ ਜਿਹੜਾ ਸੁਹਿਰਦ ਪੱਤਰਕਾਰ ਭਾਈਚਾਰਾ ਸੀ, ਉਹਨਾਂ ਨੇ ਵੱਡੇ ਰੂਪ ਦੇ ਵਿੱਚ ਇੱਕ ਆਵਾਜ਼ ਬੁਲੰਦ ਕੀਤੀ ਤੇ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਪਿੱਛੇ ਵੀ ਕਾਰਨਾਂ ਦੀ ਜਾਂਚ ਵਾਸਤੇ 24 ਅਕਤੂਬਰ 2002 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਮਿਸਟਰ ਸੁਲਰ ਨੇ CBI ਨੂੰ ਇਸ ਦੀ ਜਾਂਚ ਵੀ ਸੌਂਪ ਦਿੱਤੀ। ਸੋ ਡੇਰਾ ਮੁਖੀ ਬੇਸ਼ੱਕ ਆਪਣੇ ਆਪ ਨੂੰ ਇੱਕ ਧਾਰਮਿਕ ਸੰਸਥਾ ਦਾ ਮੁਖੀ ਕਹਿੰਦਾ ਸੀ, ਪਰ ਉਸ ਅਖਬਾਰ ਦੇ ਵਿੱਚ ਜਾਂ ਉਸ ਤੋਂ ਬਾਅਦ ਜਾਂ ਫਿਰ ਜਾਂਚ ਦੇ ਦੌਰਾਨ ਜੋ ਕੁਝ ਸਾਹਮਣੇ ਆਇਆ, ਜੋ ਕੁਝ ਡੇਰੇ 'ਚ ਹੁੰਦੇ ਅਨੈਤਿਕ ਕਰਮ, ਜਾਂ ਕਹਿ ਸਕਦੇ ਹੋ ਕਿ ਇਹਨਾਂ ਪਖੰਡੀ ਡੇਰੇਦਾਰਾਂ ਦੀਆਂ ਕਰਤੂਤਾਂ ਜਿਸ ਰੂਪ ਦੇ ਵਿੱਚ ਸਾਹਮਣੇ ਆਈਆਂ, ਉਸ ਤੋਂ ਇਹ ਸਪਸ਼ਟ ਹੋ ਗਿਆ ਕਿ ਇਹਨਾਂ ਡੇਰਿਆਂ ਦੇ ਵਿੱਚ ਹੋ ਕੀ ਰਿਹਾ। ਹੁਣ ਬੇਸ਼ੱਕ ਅਸੀਂ ਉਸ ਗੱਲ ਤੇ ਆਉਂਦੇ ਹਾਂ, ਚਾਹੇ ਡੇਰਾ ਮੁਖੀ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ, ਚਾਹੇ ਰਣਜੀਤ ਸਿੰਘ ਦੇ ਕਤਲ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ, ਜਾਂ ਫਿਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਦੇ ਵਿੱਚ CBI ਨੇ ਡੂੰਘਾਈ ਦੇ ਨਾਲ ਜਾਂਚ ਕੀਤੀ ਹੈ, ਪਰ ਇਹਦੇ 'ਚ ਇੱਕ ਬਹੁਤ ਵੱਡੀ ਕੜੀ ਹੈ ਕਿ ਜੇਕਰ ਉਸ ਅਬਲਾ ਦਾ ਪੱਤਰ ਜਿਹੜਾ ਉਸ ਨੇ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ, ਜੇਕਰ ਉਹ ਪੱਤਰ ਸਾਹਮਣੇ ਨਾ ਆਉਂਦਾ ਤਾਂ ਸ਼ਾਇਦ ਇਹ ਬਹੁਤ ਹੀ ਜ਼ਿਆਦਾ ਰਾਜਨੀਤਿਕ ਤੇ ਪ੍ਰਸ਼ਾਸਨਿਕ ਤੌਰ ਤੇ ਤਾਕਤ ਰੱਖਣ ਵਾਲਾ ਇਹ ਸੌਦਾ ਸਾਧ ਜਿਹੜਾ ਇਹ ਜੇਲ੍ਹ ਦੇ ਅੰਦਰ ਨਾ ਹੁੰਦਾ, ਤੇ ਨਾ ਹੀ ਪਾਪਾ ਦੀ ਪਰੀ ਹਨੀਪ੍ਰੀਤ ਨੂੰ ਵੀ ਸ਼ਾਇਦ ਜੇਲ੍ਹ ਦਾ ਖਾਣਾ ਨਾ ਖਾਣਾ ਪੈਂਦਾ। ਹੁਣ ਗੱਲ ਕਰਦੇ ਹਾਂ ਕਿ ਉਸ ਪੱਤਰ ਦੀ, ਜਿਹੜੀ ਚਿੱਠੀ ਉਸ ਲੜਕੀ ਵੱਲੋਂ ਲਿਖੀ ਗਈ, ਜਿਸ ਚਿੱਠੀ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਚਿੱਠੀ ਰਣਜੀਤ ਸਿੰਘ ਨੇ ਅਖਬਾਰ ਤੱਕ ਪਹੁੰਚਾਈ, ਜਿਸ ਕਰਕੇ ਰਣਜੀਤ ਸਿੰਘ ਨੂੰ ਕਤਲ ਕੀਤਾ ਗਿਆ। ਉਸ ਤੋਂ ਬਾਅਦ ਉਹ ਚਿੱਠੀ ਰਾਮਚੰਦਰ ਛਤਰਪਤੀ ਨੇ ਆਪਣੀ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕੀਤੀ, ਜਿਸ ਕਰਕੇ ਉਸ ਨੂੰ ਕਤਲ ਕੀਤਾ ਗਿਆ। ਹੁਣ ਉਸ ਚਿੱਠੀ ਦੀ ਸ਼ਬਦਾਵਲੀ ਕੀ ਸੀ? ਮੈਨੂੰ ਯਾਦ ਹੈ, ਮੈਂ ਪਹਿਲਾਂ ਵੀ ਦੱਸਿਆ ਕਿ ਜਿਸ ਵੇਲੇ ਮੈਂ ਉਸ ਚਿੱਠੀ ਨੂੰ ਪੰਜਾਬੀ ਦੇ ਵਿੱਚ ਆਪਣੇ ਇੱਕ ਮੈਗਜ਼ੀਨ ਦੇ ਵਿੱਚ ਪ੍ਰਕਾਸ਼ਿਤ ਕੀਤਾ, ਤਾਂ ਤਕਰੀਬਨ ਇਹਨਾਂ ਦੀਆਂ ਚਿੱਠੀਆਂ ਦੇ ਢੇਰ ਲੱਗ ਜਾਂਦੇ ਹੁੰਦੇ ਸੀ, ਇੰਨੀ ਗੰਦੀ ਸ਼ਬਦਾਵਲੀ ਤੇ ਇਹਨਾਂ ਵੱਲੋਂ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਹੁੰਦੀਆਂ ਸੀ। ਸੋ ਚਿੱਠੀ ਦੀ ਸ਼ਬਦਾਵਲੀ ਕੀ ਹੈ? ਉਹ ਬੱਚੀ ਲਿਖਦੀ ਹੈ ਕਿ ਮੈਂ ਪੰਜਾਬ ਦੀ ਰਹਿਣ ਵਾਲੀ ਲੜਕੀ ਹਾਂ ਤੇ ਮੈਂ ਡੇਰਾ ਸੱਚਾ ਸੌਦਾ ਸਿਰਸਾ ਦੇ ਵਿੱਚ ਸਾਧਵੀ ਦੇ ਤੌਰ ਤੇ ਪਿਛਲੇ 5 ਸਾਲ ਤੋਂ ਸੇਵਾ ਕਰ ਰਹੀ ਹਾਂ।
ਮੇਥੋਂ ਬਿਨਾਂ ਇਸ ਡੇਰੇ ਦੇ ਵਿੱਚ ਹੋਰ ਵੀ ਸੈਂਕੜੇ ਕੁੜੀਆਂ ਹਨ ਜਿਹੜੀਆਂ ਹਰ ਰੋਜ਼ 18 ਘੰਟੇ ਸੇਵਾ ਕਰਦੀਆਂ ਹਨ, ਪਰ ਸਾਡਾ ਇੱਥੇ ਸਰੀਰਕ ਸ਼ੋਸ਼ਣ ਹੁੰਦਾ ਹੈ। ਡੇਰੇ ਦੇ ਮਹਾਰਾਜ ਗੁਰਮੀਤ ਸਿੰਘ ਕੁੜੀਆਂ ਨਾਲ ਬਲਾਤਕਾਰ ਕਰਦੇ ਨੇ। ਮੈਂ BA ਪਾਸ ਹਾਂ, ਮੇਰੇ ਪਰਿਵਾਰ ਦੀ ਮਹਾਰਾਜ ਦੇ ਵਿੱਚ ਅੰਨੀ ਸ਼ਰਧਾ ਹੈ। ਇਹੀ ਸਮੱਸਿਆ ਹੈ ਸਭ ਤੋਂ ਵੱਡੀ, ਕਿ ਜਦੋਂ ਪਰਿਵਾਰਾਂ ਦੀਆਂ ਸ਼ਰਧਾ ਇਹੋ ਜਿਹੇ ਪਖੰਡੀ ਤੇ ਅਖੌਤੀ ਬਾਬਿਆਂ ਤੇ ਡੇਰੇਦਾਰਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਆਪਣੀਆਂ ਬੱਚੀਆਂ ਨੂੰ ਉਹ ਇਹਨਾਂ ਪਖੰਡੀ ਸਾਧਾਂ ਦੀ ਸੇਵਾ ਕਰਨ ਦੇ ਵਾਸਤੇ ਡੇਰਿਆਂ ਦੇ ਵਿੱਚ ਚੜਾ ਦਿੰਦੇ ਨੇ ਤੇ ਫਿਰ ਉਹਨਾਂ ਬੱਚੀਆਂ ਦੇ ਸਰੀਰਕ ਸ਼ੋਸ਼ਣ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ। ਉਹ ਕਹਿੰਦੀ ਹੈ ਕਿ ਆਪਣੇ ਮਾਂ-ਬਾਪ ਦੇ ਕਹਿਣ ਤੇ ਹੀ ਮੈਂ ਸਾਧਵੀ ਬਣੀ। ਸਾਧਵੀ ਬਣਨ ਤੋਂ 2 ਸਾਲ ਬਾਅਦ ਗੁਰਮੀਤ ਰਹੀਮ ਸਿੰਘ ਦੀ ਇੱਕ ਖਾਸ ਚੇਲੀ ਸਾਧਵੀ ਗੁਰਜੋਤ, ਸਿੱਖ ਪਰਿਵਾਰ ਦੇ ਵਿੱਚੋਂ ਗੁਰਜੋਤ ਨਾਮ ਸਾਧਵੀ ਬਣੀ ਹੋਈ ਸੀ ਤੇ ਬਾਬੇ ਦੀ ਖਾਸ ਚੇਲੀ ਸ਼ਬਦ ਜੇਕਰ ਮੈਂ ਇਹਨਾਂ ਡੇਰੇਦਾਰਾਂ ਦੀ ਭਾਸ਼ਾ ਚ ਕਹਾਂ ਨਾ ਤੇ ਖਾਸ ਚੇਲੀਆਂ ਉਹ ਹੁੰਦੀਆਂ ਨੇ ਜਿਹੜੀਆਂ ਇੱਕ ਉਮਰ ਹੰਢਾਉਣ ਤੋਂ ਬਾਅਦ ਬਾਬੇ ਦੀਆਂ ਏਜੰਟ ਬਣ ਚੁੱਕੀਆਂ ਹੁੰਦੀਆਂ ਨੇ, ਜਾਂ ਕਹਿ ਸਕਦੇ ਹੋ ਕਿ ਉਹ ਜਾਨਵਰ ਹੁੰਦੀਆਂ ਨੇ ਜਿਹੜੀਆਂ ਬਾਕੀ ਜਾਨਵਰਾਂ ਨੂੰ ਬਾਬੇ ਦੇ ਚੋਗੇ ਦੇ ਵਿੱਚ ਜੰਜਾਲ ਦੇ ਵਿੱਚ ਫਸਾਉਂਦੀਆਂ ਨੇ। ਗੁਰਜੋਤ ਨੇ ਕਹਿੰਦੀ ਹੈ ਕਿ ਮੈਨੂੰ ਰਾਤ 10 ਵਜੇ ਮੇਰੇ ਕੋਲ ਆਈ ਤੇ ਕਿਹਾ ਕਿ ਮਹਾਰਾਜ ਨੇ ਮੈਨੂੰ ਆਪਣੀ ਗੁਫਾ ਦੇ ਵਿੱਚ ਬੁਲਾਇਆ। ਮੈਂ ਬੜੀ ਖੁਸ਼ ਹੋਈ ਕਿ ਮਹਾਰਾਜ ਦਾ ਸੱਦਾ ਆਇਆ, ਮੈਨੂੰ ਖੁਦ ਬੁਲਾਇਆ ਤੇ ਮੈਂ ਤੇ ਪਹਿਲੀ ਵਾਰ ਮਹਾਰਾਜ ਦੇ ਕੋਲ ਪਰਮਾਤਮਾ ਦੇ ਰੂਪ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾ ਰਹੀ ਸੀ। ਜਦੋਂ ਮੈਂ ਪੌੜੀਆਂ ਦੇ ਵਿੱਚ ਉਤਰ ਕੇ ਥੱਲੇ ਗਈ, ਮਹਾਰਾਜ ਦੀ ਗੁਫਾ ਦੇ ਵਿੱਚ ਦਾਖਲ ਹੋਈ ਤਾਂ ਦੇਖਿਆ ਕਿ ਮਹਾਰਾਜ ਬੈੱਡ ਤੇ ਬੈਠੇ ਨੇ। ਉਹਨਾਂ ਦੇ ਇੱਕ ਹੱਥ ਦੇ ਵਿੱਚ TV ਦਾ ਰਿਮੋਟ ਹੈ ਤੇ ਉਹ ਇੱਕ ਅਸ਼ਲੀਲ ਫਿਲਮ ਵੇਖ ਰਹੇ ਨੇ ਤੇ ਉਹਨਾਂ ਦੇ ਸਿਰਹਾਣੇ ਇੱਕ ਰਿਵਾਲਵਰ ਪਿਆ ਹੋਇਆ ਹੈ। ਸਾਰਾ ਕੁਝ ਵੇਖ ਕੇ ਮੈਂ ਘਬਰਾ ਗਈ। ਮੈਂ ਮਹਾਰਾਜ ਦੇ ਅਜਿਹੇ ਕਿਰਦਾਰ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਕਿ ਗੁਫਾ ਦੇ ਵਿੱਚ ਕੀ ਹੁੰਦਾ ਹੈ। ਮਹਾਰਾਜ ਨੇ TV ਬੰਦ ਕਰ ਦਿੱਤਾ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ। ਮਹਾਰਾਜ ਨੇ ਮੈਨੂੰ ਪਾਣੀ ਪਿਲਾਇਆ ਤੇ ਕਿਹਾ ਕਿ ਉਹਨਾਂ ਨੇ ਮੈਨੂੰ ਇਸ ਕਰਕੇ ਬੁਲਾਇਆ ਕਿ ਉਹ ਮੈਨੂੰ ਆਪਣੇ ਸਭ ਤੋਂ ਵੱਧ ਕਰੀਬ ਸਮਝਦੇ ਹਨ। ਕਹਿੰਦੀ ਮੇਰਾ ਇਹ ਪਹਿਲਾ ਅਨੁਭਵ ਸੀ ਕਿ ਮਹਾਰਾਜ ਨੇ ਮੈਨੂੰ ਆਪਣੀ ਜਕੜ ਦੇ ਵਿੱਚ ਲੈ ਲਿਆ ਤੇ ਨਾਲ ਹੀ ਮਹਾਰਾਜ ਪ੍ਰਵਚਨ ਕਰਨ ਲੱਗੇ ਕਿ ਮਹਾਰਾਜ ਤੈਨੂੰ ਦਿਲ ਦੀ ਗਹਿਰਾਈ ਚੋਂ ਪਿਆਰ ਕਰਦੇ ਨੇ। ਮਹਾਰਾਜ ਨੇ ਇਹ ਵੀ ਕਿਹਾ ਕਿ ਉਹ ਮੇਰੇ ਨਾਲ ਪਿਆਰ ਕਰਨਾ ਚਾਹੁੰਦੇ ਨੇ ਤੇ ਮਹਾਰਾਜ ਨੇ ਉਹਨਾਂ ਦੀ ਚੇਲੀ ਬਣਨ ਦੇ ਵੇਲੇ ਜਿਹੜੇ ਪ੍ਰਣ ਪੱਤਰ ਪੜ੍ਹਾਏ ਜਾਂਦੇ ਨੇ ਇਹਨਾਂ ਨੂੰ ਜਾਂ ਫਿਰ ਭਰਵਾਏ ਜਾਂਦੇ ਨੇ, ਉਹ ਵੀ ਦੱਸ ਦਿੱਤਾ ਕਿ ਜਦੋਂ ਤੂੰ ਮੇਰੀ ਚੇਲੀ ਬਣੀ ਸੀ, ਭਾਵ ਮੇਰੀ ਸਾਧਵੀ ਬਣੀ ਸੀ, ਤੇ ਆਪਣੇ ਕੀਤੇ ਹੋਏ ਪ੍ਰਣ ਦੇ ਅਨੁਸਾਰ ਤੂੰ ਆਪਣਾ ਤਨ ਮਨ ਧਨ ਮੈਨੂੰ ਸੌਂਪ ਚੁੱਕੀ ਹੈ ਤੇ ਮੈਂ ਤੇਰੀ ਭੇਟਾ ਸਵੀਕਾਰ ਕਰ ਲਈ ਸੀ। ਜਦੋਂ ਮੈਂ ਇਸ ਤੇ ਇਤਰਾਜ਼ ਕੀਤਾ ਤਾਂ ਮਹਾਰਾਜ ਬੋਲੇ ਕਿ ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਰੱਬ ਹਾਂ। ਤੇ ਜਦੋਂ ਮੈਂ ਪੁੱਛਿਆ ਕਿ ਰੱਬ ਇਹੋ ਜਿਹੇ ਘਿਨਾਉਣੇ ਤੇ ਨੀਚ ਕਰਮ ਕਰਦਾ ਹੈ ਤਾਂ ਮਹਾਰਾਜ ਬੋਲੇ ਕਿ ਸ਼੍ਰੀ ਕ੍ਰਿਸ਼ਨ ਜੀ ਵੀ ਤੇ ਭਗਵਾਨ ਸਨ, ਉਹਨਾਂ ਕੋਲ 360 ਗੋਪੀਆਂ ਸਨ, ਉਹ ਪ੍ਰੇਮ ਲੀਲਾ ਰਚਾਉਂਦੇ ਸਨ, ਤਾਂ ਹੀ ਤਾਂ ਲੋਕ ਉਹਨਾਂ ਨੂੰ ਰੱਬ ਮੰਨਦੇ ਨੇ। ਇਹ ਰੱਬ ਦੀ ਪਰਿਭਾਸ਼ਾ ਹੈ। ਮੈਂ ਸੋਚਦਾ ਹਾਂ ਕਿ ਇਹ ਸੰਘਰਸ਼ ਜਿਹੜਾ ਹੈ ਡੇਰਾ ਸੱਚਾ ਸੌਦਾ ਦੇ ਖਿਲਾਫ ਸਿੱਖਾਂ ਨੂੰ ਲੜਨਾ ਪਿਆ ਹੈ। ਸਭ ਤੋਂ ਪਹਿਲਾਂ ਤੇ ਪੰਜਾਬ ਦੇ ਹਿੰਦੂ ਵੀਰਾਂ ਨੂੰ ਆਵਾਜ਼ ਉਠਾਉਣੀ ਚਾਹੀਦੀ, ਜਿੱਥੇ ਕਿਹਾ ਜਾਂਦਾ ਹੈ ਕਿ ਪ੍ਰੇਮ ਲੀਲਾ ਰਚਾਉਣ ਵਾਲੇ ਹੀ ਰੱਬ ਨੇ। ਦੂਜੀ ਗੱਲ ਉਸਨੇ ਕਹੀ ਕਿ ਜੇਕਰ ਤੂੰ ਹੁਣ ਰੌਲਾ ਪਾਉਣ ਦਾ ਯਤਨ ਕੀਤਾ ਤੇ ਮੈਂ ਤੈਨੂੰ ਇਸ ਰਿਵਾਲਵਰ ਨਾਲ ਮਾਰ ਵੀ ਸਕਦਾ ਹਾਂ, ਤੇਰੀ ਲਾਸ਼ ਦਬਾ ਵੀ ਸਕਦਾ ਹਾਂ, ਤੇ ਤੇਰੇ ਪਰਿਵਾਰ ਵਾਲੇ ਮੇਰੇ ਚੇਲੇ ਨੇ, ਉਹਨਾਂ ਨੂੰ ਮੇਰੇ ਤੇ ਅੰਨਾ ਵਿਸ਼ਵਾਸ ਹੈ, ਉਹਨਾਂ ਨੂੰ ਇਸ ਦੇ ਉੱਪਰ ਕੋਈ ਹੈਰਾਨਗੀ ਨਹੀਂ ਹੋਵੇਗੀ ਤੇ ਤੇਰੇ ਪਰਿਵਾਰ ਵਾਲੇ ਮੇਰੇ ਵਿਰੁੱਧ ਨਹੀਂ ਜਾ ਸਕਦੇ। ਸਰਕਾਰਾਂ ਦੇ ਵਿੱਚ ਵੀ ਮੇਰਾ ਚੰਗਾ ਅਸਰ ਹੈ। ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਕੇਂਦਰੀ ਮੰਤਰੀ ਮੈਨੂੰ ਮੱਥਾ ਟੇਕਣ ਆਉਂਦੇ ਨੇ। ਉਹ ਤੇ ਖੈਰ ਤੁਸੀਂ ਸਾਰਿਆਂ ਦੀਆਂ ਤਸਵੀਰਾਂ ਮੀਡੀਆ ਦੇ ਵਿੱਚ ਵੇਖ ਚੁੱਕੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਝੂਠੇ ਸੌਦੇ ਵਾਲੇ ਦੇ ਪੈਰਾਂ ਦੇ ਵਿੱਚ ਬੈਠੇ ਹੁੰਦੇ ਨੇ। ਕੀ ਕਾਂਗਰਸੀ, ਕੀ ਅਕਾਲੀ, ਕੀ ਹੋਰ ਕੋਈ ਛੱਡਿਆ ਹੀ ਨਹੀਂ ਜਿਹੜਾ ਉੱਥੇ ਨਾ ਬੈਠਾ ਹੋਵੇ। ਮੈਂ ਤੇਰੇ ਪਰਿਵਾਰ ਵਾਲਿਆਂ ਨੂੰ ਨੌਕਰੀਆਂ ਤੋਂ ਕਢਵਾ ਦੇਵਾਂਗਾ ਤੇ ਆਪਣੇ ਸੇਵਾਦਾਰਾਂ ਤੋਂ ਉਹਨਾਂ ਨੂੰ ਮਰਵਾ ਤੇ ਖਪਾ ਵੀ ਦਿਆਂਗਾ। ਅਸੀਂ ਉਹਨਾਂ ਦੇ ਕਤਲ ਦਾ ਕੋਈ ਸਬੂਤ ਨਹੀਂ ਛੱਡਾਂਗੇ। ਤੈਨੂੰ ਇਹ ਪਤਾ ਹੈ ਕਿ ਅਸੀਂ ਵੀ ਡੇਰੇ ਦੇ ਮੈਨੇਜਰ ਫਕੀਰ ਚੰਦ ਨੂੰ ਗੁੰਡਿਆਂ ਕੋਲੋਂ ਮਰਵਾ ਚੁੱਕੇ ਹਾਂ ਤੇ ਅੱਜ ਤੱਕ ਉਹਦੇ ਕਤਲ ਦੀ ਕੋਈ ਉਗ ਸੁੱਖ ਨਹੀਂ ਨਿਕਲੀ। ਡੇਰੇ ਨੂੰ ਹਰ ਰੋਜ਼ 1 ਕਰੋੜ ਰੁਪਈਆ ਆਮਦਨ ਹੁੰਦੀ ਹੈ
ਤੇ ਇਸ 1 ਕਰੋੜ ਰੁਪਏ ਦੀ ਰੋਜ਼ਾਨਾ ਆਮਦਨ ਦੇ ਨਾਲ ਅਸੀਂ ਲੀਡਰਾਂ, ਪੁਲਿਸ ਤੇ ਜੱਜਾਂ ਨੂੰ ਖਰੀਦ ਸਕਦੇ ਹਾਂ। ਇਸ ਤੋਂ ਬਾਅਦ ਮਹਾਰਾਜ ਨੇ ਮੇਰੇ ਨਾਲ ਕੁਕਰਮ ਕੀਤਾ। ਪੰਜਾਬੀ 'ਚ ਸ਼ਬਦ ਵਰਤਿਆ, ਖੇ ਖਾਧੀ। ਮਹਾਰਾਜ ਪਿਛਲੇ 3 ਸਾਲ ਤੋਂ ਮੇਰੇ ਨਾਲ ਲਗਾਤਾਰ ਇਹੀ ਕੁਕਰਮ ਕਰਦੇ ਆ ਰਹੇ ਨੇ ਤੇ ਹਰ 35 ਤੋਂ 30 ਦਿਨਾਂ ਬਾਅਦ ਜਾਂ 25 ਤੋਂ 30 ਦਿਨਾਂ ਬਾਅਦ ਮੇਰੀ ਵਾਰੀ ਆਉਂਦੀ ਹੈ ਤੇ ਮੈਨੂੰ ਇਹ ਵੀ ਪਤਾ ਚੱਲਿਆ ਹੈ ਕਿ ਮਹਾਰਾਜ ਨੇ ਮੈਥੋਂ ਪਹਿਲਾਂ ਵੀ ਡੇਰੇ 'ਚ ਮੌਜੂਦ ਜਿਹੜੀਆਂ ਕੁੜੀਆਂ ਨੂੰ ਬੁਲਾਇਆ ਹੈ ਉਹਨਾਂ ਸਾਰਿਆਂ ਨਾਲ ਇਹੀ ਕੁਝ ਕੀਤਾ ਹੈ। ਇਹ ਹੈ ਇਸ ਡੇਰੇ ਦੇ ਵਿੱਚ ਸਾਧਵੀਆਂ ਨੂੰ ਬਣਾਉਣ ਦਾ ਨੇਮ, ਕਿ ਜਿੰਨੀਆਂ ਵੀ ਬੱਚੀਆਂ ਡੇਰੇ ਦੇ ਵਿੱਚ ਸਾਧਵੀਆਂ ਬਣਾ ਕੇ ਰੱਖੀਆਂ ਨੇ, ਉਹਨਾਂ ਦੇ ਨਾਲ ਬਲਾਤਕਾਰ ਹੁੰਦੇ ਨੇ, ਉਹਨਾਂ ਦੇ ਨਾਲ ਜ਼ਬਰ ਜ਼ਨਾਹ ਹੁੰਦਾ ਸੀ, ਉਹਨਾਂ ਦੇ ਨਾਲ ਕਹਿ ਸਕਦੇ ਹੋ ਕਿ ਅਨੈਤਿਕ ਕਰਮ ਹੁੰਦੇ ਸੀ ਤੇ ਉਹਨਾਂ ਦੀ ਉਮਰ ਵੀ ਇਸ ਅਨੈਤਿਕ ਕਰਮ ਦੇ ਵਿੱਚ ਪੈ ਕੇ 35 ਤੋਂ 40 ਸਾਲ ਦੇ ਉੱਪਰ ਹੋ ਚੁੱਕੀ ਹੈ। ਉਹ ਹੁਣ ਵਿਆਹ ਦੇ ਕਾਬਲ ਵੀ ਨਹੀਂ ਰਹੀਆਂ, ਵਿਆਹ ਦੀ ਉਮਰ ਵਿਹਾ ਚੁੱਕੀਆਂ ਨੇ, ਉਹ ਤੇ ਹੁਣ ਬਾਬੇ ਦੀ ਨਿੱਜੀ ਜਾਇਦਾਦ ਬਣ ਗਈਆਂ ਸੀ। ਔਰ ਉਹ ਬੱਚੀ ਦੱਸਦੀ ਉਸ ਚਿੱਠੀ ਦੇ ਵਿੱਚ ਕਿ ਉਹਨਾਂ ਦੇ ਕੋਲ ਇਸ ਹਾਲਾਤ ਦੇ ਵਿੱਚ ਬਾਬੇ ਦੇ ਕੋਲ ਰਹਿਣ ਤੋਂ ਬਿਨਾਂ ਕੋਈ ਰਾਹ ਵੀ ਨਹੀਂ ਹੈ। ਉਹ ਹੁਣ ਬਾਬੇ ਦੀਆਂ ਪੱਕੀਆਂ ਹੀ ਚੇਲੀਆਂ ਬਣ ਚੁੱਕੀਆਂ ਨੇ, ਪੱਕੀਆਂ ਹੀ ਸਾਧੀਆਂ ਬਣ ਚੁੱਕੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਕੁੜੀਆਂ ਪੜ੍ਹੀਆਂ ਲਿਖੀਆਂ, B.Ed, B.A, M.Sc, M.A ਸਾਰੀਆਂ ਵੱਡੀਆਂ ਡਿਗਰੀਆਂ ਵਾਲੀਆਂ ਨੇ, ਪਰ ਨਰਕ ਭੋਗ ਰਹੀਆਂ ਨੇ। ਔਰ ਇਸ ਕਰਕੇ ਕਿਉਂ ਭੋਗ ਰਹੀਆਂ ਨੇ? ਕਿਉਂਕਿ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਮਹਾਰਾਜ ਦੇ ਵਿੱਚ ਅੰਨੀ ਸ਼ਰਧਾ ਹੈ। ਚਿੱਠੀ ਦੀ ਇਸ ਗੱਲ ਨੂੰ ਬਾਰ-ਬਾਰ ਮੈਂ ਇਸ ਕਰਕੇ ਰਿਪੀਟ ਕਰ ਰਿਹਾ ਕਿ ਉਹ ਪਰਿਵਾਰਾਂ ਵਾਲਿਓ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਓ ਜਦੋਂ ਤੁਸੀਂ ਬਾਬੇ ਦੇ ਸਾਧ ਦੇ ਕਿਸੇ ਦੇ ਚੇਲੇ ਬਣ ਜਾਂਦੇ ਹੋ। ਤੁਸੀਂ ਆਪਣੀਆਂ ਬੱਚੀਆਂ ਨੂੰ ਬਲਾਤਕਾਰ ਤੇ ਜਬਰ ਜਨਾਹ ਦੇ ਵਾਸਤੇ ਉਹਨਾਂ ਦੇ ਕੋਲ ਭੇਜ ਦਿੰਦੇ ਹੋ। ਕੱਲ ਪਰਸੋਂ ਵੀ ਇੱਕ ਸਾਧ ਦੀ ਵੀਡੀਓ ਬੜੀ ਘੁੰਮ ਰਹੀ ਹੈ, ਕਿਤੇ ਉਹ ਕਹਿੰਦਾ ਕਿ ਲੱਕ ਹਿੱਲੇ ਮਜਾਜਣ ਜਾਂਦੀ ਦਾ, ਕਿਤੇ ਉਹ ਕਹਿੰਦਾ ਕਿ ਮੈਨੂੰ ਵਿਆਹ ਦਾ ਸੁਪਨਾ ਆ ਗਿਆ। ਮੈਂ ਕਹਿੰਦਾ ਉਹਦਾ ਤੇ ਕੀ ਕਸੂਰ ਹੈ? ਸ਼ਰਮ ਦੇ ਨਾਲ ਤਾਂ ਸਾਨੂੰ ਮਰ ਜਾਣਾ ਚਾਹੀਦਾ ਜਿਹੜੇ ਅਸੀਂ ਮਾਂ-ਬਾਪ ਇਹੋ ਜਿਹੇ ਸਾਧਾਂ ਦੇ ਕੋਲ ਆਪਣੀਆਂ ਬੱਚੀਆਂ ਨੂੰ ਭੇਜਦੇ ਆ। ਸ਼ਰਮ ਤਾਂ ਸਾਨੂੰ ਆਉਣੀ ਚਾਹੀਦੀ ਹੈ। ਮੈਨੂੰ ਯਾਦ ਹੈ ਕੁਝ ਸਮਾਂ ਪਹਿਲਾਂ ਮੈਂ ਵਡਭਾਗ ਸਿੰਘ ਦੇ ਉੱਪਰ ਕੋਈ ਖੋਜ ਕਾਰਜ ਕਰਨ ਗਿਆ ਤੇ ਮੈਂ ਉੱਥੇ ਬੈਠਾ ਸੀਗਾ ਤੇ ਮੈਂ ਵੇਖਿਆ ਕਿ ਉਹਦੇ ਚੇਲੇ ਜਦੋਂ ਭੂਤ ਕੱਢਦੇ ਨੇ ਕੀ ਕਰਦੇ ਨੇ, ਤੇ ਮੈਂ ਉਦੋਂ ਛੋਟੀ ਜਿਹੀ ਇੱਕ ਕਵਿਤਾ ਲਿਖੀ ਸੀ। ਉਸ ਕਵਿਤਾ ਦੇ ਥੋੜੇ ਜਿਹੇ ਸ਼ਬਦ ਤੁਹਾਡੇ ਨਾਲ ਸਾਂਝੇ ਕਰ ਦਿੰਦਾ ਕਿ ਮੈਂ ਦੋਸ਼ ਕਿੱਥੇ ਕੱਢਿਆ ਸੀ। ਮੈਂ ਲਿਖਿਆ ਸੀ, ਤੁਰੀਆਂ ਜਾਂਦੀਆਂ ਵੇਖੀਆਂ ਕੁਝ ਨਾਰਾਂ, ਡੇਰੇ ਭੂਤ ਕਢਾਵਣ ਚੱਲੀਆਂ ਨੇ। ਇੱਕ ਰਾਹ ਭੈੜਾ, ਦੂਜਾ ਭੂਤ ਘੈੜਾ, ਤੀਜਾ ਬਾਬਿਆਂ ਰਾਹਾਂ ਬੱਲੀਆਂ ਨੇ। ਭੂਤ ਕੁੱਟਣ ਲਈ ਬਾਬੇ ਇੰਜ ਕੁੱਟਦੇ, ਜੱਟ ਕੁੱਟਦੇ ਜਿਵੇਂ ਛੱਲੀਆਂ ਨੇ। ਫਿਰ ਸਿਰ ਹਿਲਾਉਂਦਿਆਂ ਕੇਸਾਂ ਦੀਆਂ ਕਈ ਗੁੱਤਾਂ, ਖੇਡ ਖੇਡਦਿਆਂ ਮਿੱਟੀ 'ਚ ਰਲੀਆਂ ਨੇ। ਪੈਸੇ ਧੇਲੇ ਤੇ ਲੁੱਟ ਲਏ ਬਾਬਿਆਂ ਨੇ, ਕੁੱਟ ਖਾ ਕੇ ਘਰਾਂ ਨੂੰ ਚੱਲੀਆਂ ਨੇ। ਵਾਰਿਸ ਨਾਲ ਸ਼ਰਮ ਦੇ ਮਰਨ ਮਾਪੇ, ਜਿਨ੍ਹਾਂ ਕੁਵਾਰੀਆਂ ਸਾਧਾਂ ਕੋਲ ਕੱਲੀਆਂ ਨੇ। ਔਰ ਇਹ ਸੱਚਮੁੱਚ ਮਾਂ-ਬਾਪ ਇੱਥੇ ਦੋਸ਼ੀ ਹੈ। ਹੁਣ ਉਹ ਲਿਖਦੀ ਹੈ ਕਿ ਅਸੀਂ ਚਿੱਟੇ ਕੱਪੜੇ ਪਹਿਨਦੀਆਂ, ਸਿਰ ਤੇ ਪਟਕੇ ਬੰਨ੍ਹਦੀਆਂ, ਮਰਦਾਂ ਵੱਲ ਵੇਖ ਨਹੀਂ ਸਕਦੀਆਂ। ਮਹਾਰਾਜ ਦੇ ਆਦੇਸ਼ ਦੇ ਮੁਤਾਬਕ ਬੰਦੇ ਨਾਲ 5 ਤੋਂ 10 ਫੁੱਟ ਦੀ ਦੂਰੀ ਉੱਪਰ ਖਲੋ ਕੇ ਗੱਲ ਕਰਦੀਆਂ। ਵੇਖਣ ਵਾਲਿਆਂ ਨੂੰ ਅਸੀਂ ਦੇਵੀਆਂ ਲੱਗਦੀਆਂ, ਪਰ ਸਾਡੀ ਜੂਨ ਵੇਸਵਾਵਾਂ ਵਾਲੀ ਹੈ। ਇੱਥੇ ਵਾਪਰੀ ਕਿਸੇ ਵੀ ਘਟਨਾ ਨੂੰ ਆਪਣੇ ਪਰਿਵਾਰ ਨੂੰ ਦੱਸਣ ਦੀ ਇਜਾਜ਼ਤ ਨਹੀਂ ਹੁੰਦੀ। ਡੇਰੇ ਵਾਲੇ ਦੀ ਇਜਾਜ਼ਤ ਤੋਂ ਬਿਨਾਂ ਪਰਿਵਾਰ ਨੂੰ ਫੋਨ ਨਹੀਂ ਕੀਤਾ ਜਾ ਸਕਦਾ। ਉਹਨੇ ਵੀ ਕਿਹਾ ਕਿ ਜੇਕਰ ਕੋਈ ਅੱਛੀ ਥਾਂ ਕੋਈ ਹੋਰ ਨਹੀਂ, ਕਿਉਂਕਿ ਅਸੀਂ ਭਗਵਾਨ ਜੀ ਦੀ ਸੰਗਤ ਦੇ ਵਿੱਚ ਹਾਂ। ਇਹ ਮਾਂ-ਬਾਪ ਕਹਿ ਰਹੇ ਨੇ ਕਿ ਜੇਕਰ ਮਾਂ-ਬਾਪ ਨੂੰ ਦੱਸੋ ਤਾਂ ਕਹਿੰਦੇ ਨੇ ਕਿ ਇਹ ਤੋਂ ਅੱਛੀ ਥਾਂ ਕੋਈ ਹੋ ਹੀ ਨਹੀਂ, ਤੁਸੀਂ ਤੇ ਭਗਵਾਨ ਦੀ ਸੰਗਤ ਦੇ ਵਿੱਚ ਹੋ। ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ, ਮਾਂ-ਬਾਪ ਨੇ, ਉਹਨਾਂ ਨੇ ਕਿਹਾ ਕਿ ਤੇਰੇ ਬਾਰੇ ਆਪਣੇ ਮਨ ਦੇ ਵਿੱਚ ਜੇ ਕੋਈ ਮੰਦੀ ਸੋਚ ਆਉਂਦੀ ਹੈ ਨਾ, ਤੇ ਤੂੰ ਸਤਿਗੁਰ ਦਾ ਜਾਪ ਕਰਿਆ ਕਰ। ਬੜੀ ਅਜੀਬ ਗੱਲ ਹੈ। ਸਤਿਗੁਰ ਮੰਦੇ ਕਰਮ ਕਰ ਰਿਹਾ ਹੈ, ਬੱਚੀ ਨੂੰ ਮੰਦਾ ਬਣਾ ਰਿਹਾ ਹੈ, ਤੇ ਮਾਂ-ਬਾਪ ਕਹਿ ਰਿਹਾ ਕਿ ਤੇਰੇ ਮਨ 'ਚ ਮੰਦੇ ਖਿਆਲ ਆਉਂਦੇ ਨੇ ਤੇ ਸਤਿਗੁਰ ਦਾ ਜਾਪ ਕਰ। ਹਰਿਆਮ ਜ ਗਾਲ ਨਿਕਲ ਚੱਲੀ ਸੀ ਮੂੰਹ, ਕੀ ਕਵੇ ਬੰਦਾ। ਵੀ ਅਜੀਬ ਗੱਲ ਹੈ ਕਿ ਮਨ 'ਚ ਮੰਦੇ ਖਿਆਲ ਆਉਂਦੇ ਨੇ ਔਰ ਮੰਦੇ ਖਿਆਲ ਨਹੀਂ ਆ ਰਹੇ, ਖਿਆਲ ਚੰਗੇ ਆ ਰਹੇ ਨੇ ਕਿ ਇੱਕ ਕੰਜਰ ਨੂੰ ਸਤਿਗੁਰ ਬਣਾ ਕੇ ਬਿਠਾਇਆ ਹੋਇਆ ਤੇ ਕਿਹਾ ਜਾ ਰਿਹਾ ਉਹਦਾ ਜਾਪ ਕਰ। ਫਿਰ ਉਹ ਬੱਚੀ ਲਿਖਦੀ ਹੈ, ਮੈਂ ਇੱਥੇ ਮਜਬੂਰ ਹਾਂ
ਕਿਉਂਕਿ ਮੈਨੂੰ ਮਹਾਰਾਜ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਕਿਸੇ ਕੁੜੀ ਨੂੰ ਦੂਜੀ ਕੁੜੀ ਨਾਲ ਗੱਲ ਕਰਨ ਦੀ ਆਗਿਆ ਨਹੀਂ ਤੇ ਮਹਾਰਾਜ ਦੇ ਆਦੇਸ਼ਾਂ ਮੁਤਾਬਕ ਕੁੜੀਆਂ ਆਪਣੇ ਘਰਦਿਆਂ ਦੇ ਨਾਲ ਗੱਲ ਨਹੀਂ ਕਰ ਸਕਦੀਆਂ। ਜੇ ਕੋਈ ਕੁੜੀ ਡੇਰੇ ਦੀ ਅਸਲੀਅਤ ਕਿਸੇ ਨਾਲ ਗੱਲ ਕਰੇ ਤੇ ਮਹਾਰਾਜ ਦੇ ਆਦੇਸ਼ਾਂ ਦੇ ਮੁਤਾਬਕ ਉਸ ਨੂੰ ਉਸ ਦੀ ਬਣਦੀ ਸਜ਼ਾ ਦਿੱਤੀ ਜਾਂਦੀ ਹੈ। ਪਿੱਛੇ ਜੇ ਇੱਕ ਕੁੜੀ ਨੇ ਇਹ ਕਰਤੂਤਾਂ ਆਪਣੇ ਘਰ ਦੱਸ ਦਿੱਤੀਆਂ ਤੇ ਉਸ ਤੋਂ ਬਾਅਦ ਬਾਕੀ ਸਾਰੀਆਂ ਚੇਲੀਆਂ ਜਾਂ ਸਾਧਵੀਆਂ ਨੇ ਉਸ ਨੂੰ ਕਟਾਪਾ ਚਾੜਿਆ। ਸਿੱਟੇ ਵਜੋਂ ਉਸ ਦੀ ਰੀੜ੍ਹ ਦੀ ਹੱਡੀ ਫ੍ਰੈਕਚਰ ਹੋ ਗਈ, ਜਿਹਦੇ ਕਰਕੇ ਅੱਜ ਵੀ ਉਹ ਬੈੱਡ ਦੇ ਉੱਪਰ ਪਈ ਹੋਈ ਹੈ। ਉਸ ਤੋਂ ਬਾਅਦ ਉਸ ਦੇ ਪਿਤਾ ਨੇ ਡੇਰੇ ਦੀ ਸੇਵਾਦਾਰੀ ਛੱਡ ਦਿੱਤੀ, ਆਪਣੇ ਘਰ ਚਲੇ ਗਏ। ਉਹ ਮਹਾਰਾਜ ਦੇ ਡਰ ਤੇ ਆਪਣੀ ਬਦਨਾਮੀ ਦੇ ਕਾਰਨ ਕਿਸੇ ਨੂੰ ਕੁਝ ਨਹੀਂ ਦੱਸ ਰਿਹਾ। ਇਸੇ ਤਰ੍ਹਾਂ ਉਸਨੇ ਇੱਕ ਕੁਰੂਕਸ਼ੇਤਰ ਦੀ ਕੁੜੀ ਦਾ ਹਵਾਲਾ ਦਿੰਦਿਆਂ ਗੱਲ ਕੀਤੀ ਹੈ ਕਿ ਉਹ ਵੀ ਆਪਣੇ ਘਰ ਚਲੀ ਗਈ। ਜਦੋਂ ਉਸਨੇ ਸਾਰੀ ਕਹਾਣੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਉਸਦੇ ਭਰਾ ਨੇ ਡੇਰਾ ਛੱਡ ਦਿੱਤਾ, ਪਰ ਜ਼ੁਬਾਨ ਨਹੀਂ ਖੋਲੀ ਕਿਉਂਕਿ ਡੇਰੇ ਦਾ ਡਰ ਹੈ। ਇਸੇ ਤਰ੍ਹਾਂ ਉਸਨੇ ਇਸ ਚਿੱਠੀ ਦੇ ਵਿੱਚ ਸੰਗਰੂਰ ਦੀ ਇੱਕ ਕੁੜੀ ਦਾ ਜ਼ਿਕਰ ਕੀਤਾ ਹੈ ਕਿ ਉਹ ਜਦੋਂ ਡੇਰਾ ਛੱਡ ਕੇ ਗਈ ਤੇ ਡੇਰੇਦਾਰ ਦਾ ਜਿਹੜਾ ਮੁਖੀ ਹੈ ਡੇਰੇ ਦਾ, ਉਹਨੂੰ ਸ਼ੱਕ ਸੀ ਕਿ ਘਰ ਦੇ ਵਿੱਚ ਜਾ ਕੇ ਕਰਤੂਤਾਂ ਦੱਸ ਸਕਦੀ ਹੈ ਤੇ ਉਹਦੇ ਨਾਲ ਹੀ ਹਥਿਆਰਬੰਦ ਸੇਵਾਦਾਰ ਭੇਜ ਦਿੱਤੇ, ਜਿਨ੍ਹਾਂ ਪਰਿਵਾਰ ਦੀ ਜਿਹੜੀ ਸੀ ਉਹ ਮੂੰਹ ਬੰਦ ਕਰਾ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਗੱਲ ਨਹੀਂ ਨਿਕਲਣੀ ਚਾਹੀਦੀ। ਇਸੇ ਤਰ੍ਹਾਂ ਮਾਨਸਾ, ਫਿਰੋਜ਼ਪੁਰ, ਪਟਿਆਲਾ ਅਤੇ ਲੁਧਿਆਣੇ ਦੀਆਂ ਅਨੇਕਾਂ ਕੁੜੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਬਹੁਤ ਕੁਝ ਹੋ ਰਿਹਾ ਹੈ, ਅਨੈਤਿਕ ਕਰਮ ਹੋ ਰਹੇ ਨੇ, ਪਰ ਉਹ ਦੱਸ ਨਹੀਂ ਰਹੀਆਂ। ਭਾਵੇਂ ਉਹ ਡੇਰਾ ਛੱਡ ਵੀ ਰਹੀਆਂ ਨੇ, ਪਰ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰਦਿਆਂ ਹੋਇਆਂ ਉਹ ਕੁਝ ਵੀ ਦੱਸ ਨਹੀਂ ਰਿਹਾ। ਸੋ ਇਹ ਉਸ ਬੱਚੀ ਦੀ ਚਿੱਠੀ ਸੀ ਜਿਹਦੇ ਵਿੱਚ ਸਭ ਕੁਝ ਬਿਆਨ ਕੀਤਾ ਗਿਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਡੇਰੇ ਨੇ, ਕਹਿ ਸਕਦੇ ਹੋ ਕਿ ਇੱਕ ਵੇਸਵਾਵਾਂ ਦੇ ਅੱਡੇ ਬਣਾ ਦਿੱਤੇ ਨੇ, ਕੰਜਰਖਾਨੇ ਬਣਾ ਦਿੰਦੇ ਨੇ। ਇਹ ਪੰਜਾਬ ਦੇ ਵਿੱਚ ਵਸਦੇ ਮਾਂ-ਬਾਪ, ਭੈਣਾਂ, ਭਰਾਵਾਂ ਨੇ ਸੋਚਣਾ ਹੈ ਕਿ ਅਸੀਂ ਘਰਾਂ ਦੇ ਵਿੱਚ ਰੱਖ ਕੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣੀ ਹੈ ਜਾਂ ਫਿਰ ਉਹਨਾਂ ਡੇਰਿਆਂ ਦੇ ਵਿੱਚ ਬੱਚੀਆਂ ਆਪਣੀਆਂ ਨੂੰ ਭੇਟਾ ਕਰਨੀਆਂ ਨੇ, ਜਿੱਥੇ ਉਹ ਪਹਿਰਾਵੇ ਤੋਂ ਤਾਂ ਦੇਵੀਆਂ ਲੱਗਦੀਆਂ ਨੇ ਤੇ ਬਣਾ ਵੇਸਵਾਵਾਂ ਦਿੱਤੀਆਂ ਗਈਆਂ ਨੇ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।